ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗੋ ਜੁਗਟਲ ਚਵਰ ਛਤਰ ਤਖਤ ਦੇ ਮਾਲਕ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਕੋਟ ਬ੍ਰਹਮੰਡਾ ਦੇ ਮਾਲਕ, ਜਾਗਦੀ ਜੋਤ, ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ, ਜਗਤ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਹਮ ਇਹ ਕਾਜ ਜਗਤ ਮੋ ਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰ ਪਛਾਰੋ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਧੰਨ ਧੰਨ ਕਲਗੀਧਰ ਪਿਤਾ ਬਾਲਾ ਪ੍ਰੀਤਮ, ਵਾਹਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ। ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਸ਼ਾਮ ਵੇਲੇ ਦੇ ਸੁੰਦਰਮੀ ਦੀਵਾਨ ਸਜ ਰਹੇ ਨੇ। ਅੰਮ੍ਰਿਤਮਈ ਦੀਵਾਨਾਂ ਵਿੱਚ ਸ੍ਰੀ ਰਹਿਰਾਸ ਸਾਹਿਬ ਦਾ ਜਾਪ, ਆਰਤੀ ਆਰਤਾ ਅਰਦਾਸ ਉਪਰੰਤ ਪਾਵਨ ਮੁਖਵਾਕ ਆਪ ਜੀਆਂ ਨੇ ਸਰਵਣ ਕੀਤੇ ਹਨ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰਉਪਕਾਰੀ। ਦਲਾਂ ਨੂੰ ਭੰਨਣ ਵਾਲੇ ਸਤਿਗੁਰੂ ਜੀ ਅਤੇ ਹਿਰਦੇ ਦੇ ਵਿੱਚ ਪਰਉਪਕਾਰ ਦਾ ਭਾਵ ਧਾਰਨ ਕੀਤਾ ਹੋਇਆ ਹੈ ਸਤਿਗੁਰਾਂ ਨੇ। ਨੀਅਤ ਕੀ ਹੈ ਕਿ ਪਰਉਪਕਾਰ ਕਰੀਏ। ਪਰਉਪਕਾਰ ਕਰਨ ਦੀ ਨੀਅਤ ਹੈ। ਇੱਛਾ ਇਸ ਤਰ੍ਹਾਂ ਦੀ ਹੈ ਕਿ ਸਾਰਿਆਂ ਦੇ ਉੱਤੇ ਪਰਉਪਕਾਰ ਕੀਤਾ ਜਾਵੇ, ਪਰ ਜਿਹੜਾ ਕੋਈ ਦੁਸ਼ਟ ਚੜ੍ਹ ਕਰਕੇ ਆਵੇ ਉਹਦੇ 'ਤੇ ਵੀ ਸਾਧ ਸੰਗਤ ਜੀ ਉਸ ਨੂੰ ਮਾਰ ਕਰਕੇ ਉਹਦਾ ਪਰਉਪਕਾਰ ਕੀਤਾ ਜਾਂਦਾ ਆ। ਕਿਸੇ ਨੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਕਹਿੰਦੇ ਮਹਾਰਾਜ ਆਪ ਜੀ ਤਾਂ ਬ੍ਰਹਮ ਗਿਆਨੀ ਹੋ, ਆਪ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਵਾਰਸ ਹੋ, ਅੰਦਰਲਾ ਆਪ ਜੀ ਦਾ ਬ੍ਰਹਮ ਗਿਆਨ ਦੇ ਨਾਲ ਲਬਾ ਲਬ ਭਰਿਆ ਹੋਇਆ ਹੈ, ਅਤੇ ਫਿਰ ਐਵੇਂ ਇਹ ਵੱਡੀਆਂ ਵੱਡੀਆਂ ਕਿਰਪਾਨਾਂ, ਵੱਡੀਆਂ ਵੱਡੀਆਂ ਤਲਵਾਰਾਂ, ਇਹ ਘੋੜੇ, ਇਹ ਫੌਜ, ਇਹ ਕਿਉਂ ਆਪ ਜੀ ਨੇ ਰੱਖੇ ਨੇ? ਆਪ ਜੀ ਦੇ ਹੱਥ ਵਿੱਚ ਮਾਲਾ ਸ਼ੋਭਦੀ ਹੈ, ਆਪ ਜੀ ਦੇ ਹੱਥ ਵਿੱਚ ਇਹ ਤਲਵਾਰ ਜਿਹੜੇ ਨੇ ਨਾ, ਅਤੇ ਤਲਵਾਰ ਵੀ ਸਾਧ ਸੰਗਤ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਤਲਵਾਰ ਵੇਖ ਕੇ ਹੀ ਬੰਦਾ ਡਰ ਜਾਂਦਾ ਆ। ਤਲਵਾਰ ਇੰਨੀ ਚੌੜੀ, ਉਹਦਾ ਜਿਹੜਾ ਬਲੇਡ ਹੈ ਨਾ ਤਲਵਾਰ ਦਾ, ਜਦੋਂ ਕਿਤੇ ਪੰਜਾਬ ਲੁਧਿਆਣੇ ਭਾਈ ਕੇ ਡਰੋਲੀ ਪਿੰਡ 'ਚ ਜਾ ਕਰਕੇ ਜੇ ਕਿਤੇ ਮੌਕਾ ਮਿਲੇ ਤਾਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ਼ਸਤਰ ਬਸਤਰ, ਚੋਲਾ ਸਾਹਿਬ ਅਤੇ ਕਛਹਿਰੇ ਉੱਥੇ ਪਏ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਤੇ ਮਾਤਾ ਗੰਗਾ ਜੀ ਜਿਸ ਰੱਥ ਵਿੱਚ ਬੈਠਦੇ ਸਨ, ਉਹ ਰੱਥ ਵੀ ਉੱਥੇ ਮੌਜੂਦ ਹੈ, ਜ਼ਰੂਰ ਦਰਸ਼ਨ ਕਰਨਾ ਚਾਹੀਦਾ ਹੈ। ਅਤੇ ਉਹ ਸਾਧ ਸੰਗਤ ਜੀ ਘੱਟੋ ਘੱਟ 6-7 ਇੰਚ ਦਾ ਚੌੜਾ ਬਲੇਡ ਹੀ ਹੈ ਚੌੜਾਈ ਵਿੱਚ,
ਲੰਬਾਈ ਤਾਂ ਹੈ ਹੀ ਹੈ, ਵੀ ਚੌੜਾ ਬਲੇਡ ਹੀ ਉਹਦਾ ਸਾਧ ਸੰਗਤ ਜੀ, ਜਿੰਨਾ ਕੁ ਬੰਦੇ ਦਾ, ਚੰਗੇ ਬੰਦੇ ਦਾ, ਨੌਜਵਾਨ ਬੰਦੇ ਦਾ ਹੱਥ ਹੁੰਦਾ ਹੈ ਨਾ, ਇੰਨਾ ਕੁ ਚੌੜਾ ਉਸ ਸਾਧ ਸੰਗਤ ਜੀ ਤੇਗੇ ਦਾ ਬਲੇਡ ਹੈ। ਜੋ ਬਲੇਡ ਸਾਧ ਸੰਗਤ ਜੀ ਛੋਟੇ 2 ਇੰਚ ਦੀ ਜਾਂ 3 ਇੰਚ ਦਾ ਬਲੇਡ ਹੋਵੇ ਨਾ, ਉਹਨੂੰ ਤਲਵਾਰ ਕਹਿੰਦੇ ਨੇ, ਅਤੇ ਜੇ ਇਹ ਤੋਂ ਵੱਧ ਹੋਵੇ ਉਹਨੂੰ ਤੇਗਾ ਕਹਿੰਦੇ ਨੇ। ਅਤੇ ਤੇਗਾ ਵੀ ਸਾਧ ਸੰਗਤ ਜੀ 2 ਧਾਰੀ, ਦੋਵੇਂ ਪਾਸੇ ਜਿਹਦੀ ਧਾਰ ਲੱਗੀ ਹੋਵੇ ਉਹ ਤੇਗਾ। ਅਤੇ ਸਾਧ ਸੰਗਤ ਜੀ ਆਮ ਸਾਧਾਰਨ ਬੰਦਾ ਤਾਂ ਉਸ ਨੂੰ ਹੱਥ 'ਚ ਨਹੀਂ ਫੜ ਸਕਦਾ। ਜੇ ਹੱਥ 'ਚ ਫੜ ਵੀ ਲਵੇ ਤਾਂ ਇੰਜ ਲੱਗੇਗਾ ਵੀ ਬੰਦੇ ਦਾ ਸਾਈਜ਼ ਛੋਟਾ ਹੈ ਅਤੇ ਤੇਗ ਜਿਹੜੀ ਹੈ ਨਾ ਸਤਿਗੁਰੂ ਦੀ ਉਹ ਵੱਡੀ ਹੈ। ਇਸ ਤਰ੍ਹਾਂ ਸਰੂਪ, ਜੇ ਉਸ ਤੇਗੇ ਦਾ ਸਰੂਪ ਇਸ ਤਰ੍ਹਾਂ ਦਾ ਹੈ ਤਾਂ ਦਲ ਭੰਜਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਿਹੋ ਜਿਹੇ ਹੋਣਗੇ। ਗੱਜ ਕੇ ਆਖੀ ਸਤਿਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੀ ਸਾਧ ਸੰਗਤ ਜੀ ਬੜੇ ਵੱਡੇ ਜਾਹੋ ਜਲਾਲ ਵਾਲੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੁਸਕਰਾਉਂਦੇ ਨੇ ਅਤੇ ਕਹਿੰਦੇ ਨੇ, ਗੁਰਮੁਖਾ ਠੀਕ ਹੈ, ਹਿਰਦੇ ਵਿੱਚ ਬ੍ਰਹਮ ਗਿਆਨ ਹੈ। ਠੀਕ ਹੈ, ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਗੱਦੀ ਦੇ ਵਾਰਿਸ ਹਾਂ, ਗੱਦੀ ਦੇ ਮਾਲਕ ਹਾਂ। ਸਾਡੇ ਵਿੱਚ ਜੋਤ ਗੁਰੂ ਨਾਨਕ ਦੇਵ ਜੀ ਦੀ ਵਰਤ ਰਹੀ ਹੈ। ਪਰ ਜੇ ਕੋਈ ਅਨਪੜ੍ਹ ਗਵਾਰ, ਕੋਈ ਮੂਰਖ ਸਿਰ ਫਿਰਿਆ ਬੰਦਾ ਸਾਧ ਸੰਗਤ ਜੀ ਆਣ ਕਰਕੇ, ਜ਼ਿੱਦ ਕਰਕੇ, ਚੜ੍ਹ ਕਰਕੇ ਆਵੇ, ਉਹਦਾ ਇਲਾਜ ਕੀ ਹੈ? ब्रह्म ज्ञानी के धीरज एक, जो बसुधा को खोदै को चंदन लेप। ठीक है, ब्रह्म ज्ञानी का सुभाਅ धरती वर्गा हुंदा है। जिवें धरती नूं कोई पट्टी जावे, धरती शराप नहीं दिंदी। धरती नूं कोई साध संगत जी चंदन का लेप करे, धरती वर नहीं दिंदी। धरती ते कोई थुक्की जावे, धरती उहदे ते भी गुस्सा नहीं करदी। पर जे कोई सिर फिरा बंदा धरती दे उत्ते सिर मारी जावे वार वार, तो दसो नुकसान किस दा होवेगा? धरती दा तां कुछ नहीं ना विगड़ना साध संगत जी, धरती दा तां कुछ नहीं ना विगड़ना। दिमाग चों मिज बंदे दी बाहर आ जाएगी जरूर। इस तरह ही सतगुरु हरगोबिंद साहिब महाराज जी दसदे ने, ठीक है, हिरदे दे विच ब्रह्म ज्ञान है। ठीक है, ब्रह्म ज्ञान का धीरज धरती वर्गा हुंदा है। पर जे कोई आकी बंदा, शरारती बंदा जिद करे कि नहीं मैं धरती नूं मार ही मुकाउणा जे, तो फिर धरती का तो कुछ नहीं ना विगड़ना। नानक नाम चढ़दी कला, तेरे भाणे सरबत दा भला। सतगुर सबना दा भला मनाएदा। गुरु हरगोबिंद साहिब महाराज जी सब दा भला मनाउंदे ने, तिसदा बुरा क्यों होए। जिहड़ा बंदा सारियां दा भला लोचदा, उहदा कदी भी बुरा नहीं जे कोई कर सकदा, कदी उहदा बुरा हुंदा ही नहीं। गज के आखो सतनाम श्री वाहिगुरू। क्यों? क्योंकि साडा धर्म जिहड़ा है ना, एक ओंकार तो बाद सतनाम है। सत दा भाव है सच। उत्थै सच्चे ही सच निबड़ै, चुन वख कड्डे जज मालिया। अकाल पुरख वाहिगुरू दे दरबार दे विच सच ही निबड़दा है। ते जिहड़ा बंदा सच दा पल्ला फड़ के रखदा है, उहदा कदी भी नुकसान हुंदा ही नहीं गा। इस करके सच दे रस्ते ते तुरदे रहांगे, औखियाई होवेगी, औखा होवेगा। समाज ते लोग ते रिश्तेदार चाहणगे कि बंदा झूठ बोले। सारे बंदे चाहणगे कि इहदियां लत्तां खिच्चीए, इनू इस दे लीह तो उतारीए, थल्ले लाइए, इनू इहदे कर्म धर्म तो इनू डेगीए। बंदे चाहुंदे ने, समाज चाहुंदा है। पर जदों साध संगत जी जिहड़ा बंदा सच दे रस्ते ते तुरदा है ना, उहदी ओड़क सच रही। कूड़ निखुटे नानका, झूठ ने नाश होना ही है, झूठ ने खत्म होना ही है। ओड़क अखीर ते सच की जीत होनी ही है। इस करके हमेशा सच वाले पासे वेखीए, किसी का पख ना करिए,
ਕਿਸੇ ਦੀ ਸਾਈਡ ਨਾ ਲਈਏ। ਜੋ ਸੱਚ ਹੈ ਉਹਦੇ ਸਾਹਮਣੇ ਉਹਦੇ ਨਾਲ ਸਾਧ ਸੰਗਤ ਜੀ ਹਿੱਕ ਡਾਹ ਕਰਕੇ ਖਲੋ ਜਾਈਏ। ਜਿਵੇਂ ਅੱਜ ਕਿਸਾਨ ਜਿਹੜੇ ਨੇ ਆਪਣੇ ਹੱਕ ਵਿੱਚ ਸਾਧ ਸੰਗਤ ਜੀ ਖਲੋਏ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ। ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਰਹਿਣਗੀਆਂ, ਪਰ ਸਾਧ ਸੰਗਤ ਜੀ ਜਿਹੜਾ ਜ਼ਿਮੀਂਦਾਰ ਹੈ ਨਾ, ਜਿਹੜਾ ਜ਼ਿਮੀਂਦਾਰ ਹੈ, ਸਭ ਤੋਂ ਸੁੱਚੀ ਕਿਰਤ ਜਿਹੜੀ ਹੈ, ਜਿੰਨੇ ਵੀ ਧਰਮ ਗ੍ਰੰਥ ਹੈ, ਭਾਵੇਂ ਹਿੰਦੂ ਧਰਮ ਪੜ੍ਹ ਲਓ, ਭਾਵੇਂ ਇਸਲਾਮ ਪੜ੍ਹ ਲਓ, ਅਤੇ ਭਾਵੇਂ ਬਾਈਬਲ ਪੜ੍ਹ ਲਓ, ਜਿਹੜਾ ਫਾਰਮਰ ਹੈ ਨਾ, ਜ਼ਿਮੀਂਦਾਰ ਹੈ, ਉਹਦੀ ਕਿਰਤ ਜਿਹੜੀ ਹੈ ਰਿਸ਼ੀ ਮੁਨੀਆਂ ਨੇ ਵੀ ਸਭ ਤੋਂ ਪਵਿੱਤਰ ਮੰਨੀ ਹੈ। ਸਭ ਤੋਂ ਸੁੱਚੀ ਕਿਰਤ ਇੱਕ ਜ਼ਿਮੀਂਦਾਰ ਦੀ ਹੁੰਦੀ ਹੈ। ਇਸ ਕਰਕੇ ਅਸੀਂ ਵੀ ਅਰਦਾਸ ਕਰਦੇ ਹਾਂ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਕਿ ਆਪਣੇ ਖਾਲਸੇ ਨੂੰ ਹਰ ਮੈਦਾਨ ਵਿੱਚ ਫਤਿਹ ਬਖਸ਼ਣ ਸਤਿਗੁਰੂ ਜੀ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਦੀ ਲੜੀ ਚੱਲ ਰਹੀ ਹੈ। ਬਾਬਾ ਸ੍ਰੀ ਚੰਦ ਜੀ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦੋ ਸੁਪੁੱਤਰ ਹੋਏ ਨੇ। ਵੱਡਿਆਂ ਦਾ ਨਾਮ ਬਾਬਾ ਸ੍ਰੀ ਚੰਦ ਜੀ ਹੈ ਅਤੇ ਛੋਟੇ ਨੇ ਬਾਬਾ ਲక్ష్ਮੀ ਦਾਸ ਜੀ। ਬਾਬਾ ਲక్ష్ਮੀ ਦਾਸ ਜੀ ਅਤੇ ਬਾਬਾ ਸ੍ਰੀ ਚੰਦ ਜੀ ਇਹ ਦੋਵੇਂ ਸੁਪੁੱਤਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੋਏ ਨੇ। ਆਪ ਜੀ ਦੇ ਗਿਆਤ ਵਾਸਤੇ ਇਹ ਦੱਸਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਕ ਭਰਾ ਵੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਕ ਭਰਾ ਵੀ ਸੀ, ਮਾਸੀ ਦਾ ਪੁੱਤ ਸੀ, ਜਿਹਦਾ ਨਾਮ ਹੈ ਬਾਬਾ ਰਾਮ ਥੰਮਣ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਇਤਿਹਾਸਿਕ ਨਾਮ ਜਿਹੜੇ ਨੇ ਨਾ ਆਪਣੇ ਬੱਚਿਆਂ ਨੂੰ ਸਾਧ ਸੰਗਤ ਜੀ ਆਪਣੇ ਦਿਮਾਗ ਵਿੱਚ ਜ਼ਰੂਰ ਯਾਦ ਕਰ ਲਿਆ ਕਰੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਭਰਾਤਾ ਜੀ ਵੀ ਸਨ, ਜਿਨ੍ਹਾਂ ਦਾ ਨਾਮ ਸੀ ਬਾਬਾ ਰਾਮ ਥੰਮਣ ਜੀ, ਜਿਨ੍ਹਾਂ ਦਾ ਸਥਾਨ ਅੰਮ੍ਰਿਤਸਰ ਤੋਂ ਮਹਿਤੇ ਜਾਈਏ ਨਾ ਸਾਧ ਸੰਗਤ ਜੀ ਗੁਰਦਾਸਪੁਰ ਵਾਲੇ ਪਾਸੇ, ਉੱਥੇ ਉਹਨਾਂ ਦਾ ਸਥਾਨ, ਉਹਨਾਂ ਦਾ ਗੁਰੂ ਘਰ ਉਹਨਾਂ ਦੇ ਨਾਂ 'ਤੇ ਬਣਿਆ ਹੋਇਆ ਹੈ। ਬਾਬਾ ਸ੍ਰੀ ਚੰਦ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੱਕ ਦੀ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਰਹਿੰਦਾ ਹੈ। ਬਾਬਾ ਸ੍ਰੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਇੱਕ ਸੁਪੁੱਤਰ ਸਾਡੇ ਤਾਈਂ ਦੇਣਾ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵੀ ਪੰਜਾਬ 'ਚ ਪਿੰਡਾਂ 'ਚ ਹੈ ਕਿ ਆਪਣਾ ਇੱਕ ਪੁੱਤਰ ਜਿਹੜਾ ਹੈ ਗੁਰੂ ਘਰ ਨੂੰ ਦਾਨ ਦਿੰਦੇ ਨੇ, ਅਤੇ ਗੁਰੂ ਘਰ ਦੇ ਵਿੱਚ ਸੇਵਾ ਵਿੱਚ ਸਾਰੀ ਜ਼ਿੰਦਗੀ ਇਹ ਪੁੱਤਰ ਜਿਹੜਾ ਦਾਨ ਦਿੰਦੇ ਨੇ, ਅੱਜ ਵੀ ਜਾਂਦੇ ਨੇ। ਅਤੇ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਅਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸੁਪੁੱਤਰ ਜਾਣ ਕਰਕੇ ਆਦਰ ਕੀਤਾ, ਸਤਿਕਾਰ ਕੀਤਾ, ਅਤੇ ਸਤਿਕਾਰ ਕਰਕੇ ਸਾਧ ਸੰਗਤ ਜੀ ਆਪਣਾ ਵੱਡਾ ਬੇਟਾ, ਆਪਣਾ ਵੱਡਾ ਸੁਪੁੱਤਰ ਬਾਬਾ ਗੁਰਦਿੱਤਾ ਜੀ, ਉਹ ਸਾਧ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਦੇ ਝੋਲੀ ਪਾਇਆ। ਅਤੇ ਉਸ ਤੋਂ ਹੀ ਉਦਾਸੀ ਮਤ ਜਿਹੜਾ ਹੈ ਬਾਬਾ ਸ੍ਰੀ ਚੰਦ ਜੀ ਦਾ, ਬਾਬਾ ਸ੍ਰੀ ਚੰਦ ਜੀ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਉੱਥੋਂ ਮੁਖੀ ਬਣੇ। ਫਿਰ ਉਸ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ 4 ਧੂਣੀਆਂ ਜਿਹੜੀਆਂ ਨੇ ਉਹ ਆਰੰਭ ਕੀਤੀਆਂ ਨੇ, ਅਤੇ ਅੱਜ ਵੀ ਉਦਾਸੀ ਮਤ ਜਿਹੜਾ ਹੈ ਸਾਰੇ ਸੰਸਾਰ ਭਰ ਦੇ ਵਿੱਚ ਗੁਰਮਤ ਦਾ ਅਤੇ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ। ਵੱਖਰੀ ਗੱਲ ਹੈ ਕਿ ਉਹਨਾਂ ਦੀ ਵੇਸ਼ ਭੂਸ਼ਾ ਜਿਹੜੀ ਹੈ ਉਹ ਵੱਖਰੀ ਹੈ, ਪਰ ਪੰਜਾਬ ਤੋਂ ਬਾਹਰ ਜਿੰਨਾ ਕੁ ਗੁਰਬਾਣੀ ਦਾ ਪ੍ਰਚਾਰ, ਮੂਲ ਮੰਤਰ ਦਾ, ਜਪਜੀ ਸਾਹਿਬ ਦਾ ਪ੍ਰਚਾਰ ਸਾਧ ਸੰਗਤ ਜੀ ਉਦਾਸੀਆਂ ਨੇ ਅਤੇ ਨਿਰਮਲਿਆਂ ਨੇ ਕੀਤਾ, ਓਨਾ ਕੁ ਪ੍ਰਚਾਰ ਕਿਸੇ ਨੇ ਨਹੀਂ ਕੀਤਾ ਹੈ, ਕਿਸੇ ਨੇ ਨਹੀਂ ਕੀਤਾ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਲక్ష్ਮੀ ਦਾਸ ਜੀ ਦੇ ਝੋਲੀ 'ਚ ਚਰਨਾਂ ਨਾਲ ਲਾਇਆ ਹੈ। ਅੱਗੇ ਜਿਵੇਂ ਪ੍ਰਸੰਗ ਚੱਲਦਾ ਹੈ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਧਾਰਿਓ ਗਰਭ ਸਪੁੱਤਰ ਕੋ ਵਧਿਓ ਸੋ ਅਧਿਕ ਆਨੰਦ। ਬਾਬਾ ਗੁਰਦਿੱਤਾ ਜੀ ਦੀ ਘਰਵਾਲੀ, ਉਹਦਾ ਨਾਮ ਬੀਬੀ ਅਨੰਤੀ ਜੀ। ਉਹਨਾਂ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਦੀ ਕਿਰਪਾ ਨਾਲ, ਪਰਮਾਤਮਾ ਦੀ ਕਿਰਪਾ ਨਾਲ ਬੀਬੀ ਜੀ ਨੇ ਗਰਭ ਨੂੰ ਧਾਰਨ ਕੀਤਾ ਹੈ।
ਤੇ ਬਾਬਾ ਗੁਰਦਿੱਤਾ ਜੀ ਆਪਣੇ ਮਨ ਵਿੱਚ ਬਹੁਤ ਖੁਸ਼ ਹੋਏ ਹਨ। ਸ੍ਰੀ ਗੁਰ ਦੀਤਾ ਚਿਤ ਵਿਖੈ ਚਿਤ ਬਿਓ ਅਬ ਹੋਏ ਨੰਦ। ਬਾਬਾ ਗੁਰਦਿੱਤਾ ਜੀ ਆਪਣੇ ਮਨ ਵਿੱਚ ਬਹੁਤ ਖੁਸ਼ ਹੋਏ ਨੇ। ਖੁਸ਼ ਹੋ ਕਰਕੇ ਸੋਚਦੇ ਨੇ, ਵਿਚਾਰਦੇ ਨੇ ਕਿ ਹੁਣ ਸਾਡੇ ਘਰ ਵਿਖੇ ਸੁਪੁੱਤਰ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਨਾਲ ਸਾਡੇ ਘਰ ਵਿਖੇ ਸੁਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ। ਜੋ ਪਈ ਇਸ ਨਮਿਤ ਕਰ ਨਗਰ ਬਸਾਇਓ। ਇਸੇ ਨਿਮਿਤ ਵਾਸਤੇ, ਕਾਰਨ ਵਾਸਤੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਨਗਰ ਵਸਾਇਆ ਸੀ। ਗੁਰ ਕੀਰਤਪੁਰ ਨਾਮ ਅਲਾਇਓ। ਤੇ ਉਸ ਪਾਵਨ ਨਗਰ ਦਾ ਨਾਮ ਗੁਰੂ ਦਾ ਕੀਰਤੀ ਜਿਹੜੀ ਹੈ ਨਾ, ਗੁਰੂ ਕੀਰਤਪੁਰ ਜਿਹੜਾ ਹੈ ਨਾ, ਉਹ ਨਾਮ ਸਤਿਗੁਰਾਂ ਨੇ ਆਪ ਰੱਖਿਆ ਸੀ। ਮਨ ਮਹਿ ਇਹੀ ਮਨੋਰਥ ਰਾਖਾ। ਮਨ ਵਿੱਚ ਇਹੀ ਇੱਛਾ ਹੈ, ਇਹੀ ਮਨੋਰਥ ਹੈ। ਇਸੇ ਪੁੱਤਰ ਹਿਤ ਰਚ ਪੁਰ ਕਾਂਖਾ। ਇਸੇ ਪੁੱਤਰ ਵਾਸਤੇ ਸਤਿਗੁਰੂ ਜੀ ਨੇ ਪਾਵਨ ਜਿਹੜਾ ਹੈ ਨਗਰ ਹੈ ਕੀਰਤਪੁਰ ਸਾਹਿਬ ਇਹ ਵਸਾਉਣਾ ਕੀਤਾ। ਸੁਖ ਕੇ ਸਹਿਤ ਬਸੇ ਦਿਨ ਟਾਰੇ। ਸੁਖ ਦੇ ਨਾਲ ਹੀ ਬਾਬਾ ਗੁਰਦਿੱਤਾ ਜੀ ਆਪਣੇ ਪਰਿਵਾਰ ਦੇ ਸਮੇਤ, ਆਪਣੇ ਘਰਵਾਲੀ ਸਮੇਤ, ਸੰਗਤਾਂ ਦੇ ਸਮੇਤ ਕੀਰਤਪੁਰ ਸਾਹਿਬ ਵਿਖੇ ਵਸ ਰਹੇ ਹਨ। ਖਿਲਹ ਅਖੇਰ ਹੋਏ ਅਸਵਾਰੇ। ਕਦੀ ਕਦੀ ਬਾਬਾ ਗੁਰਦਿੱਤਾ ਜੀ ਵੀ ਸ਼ਿਕਾਰ ਖੇਡਣ ਵਾਸਤੇ ਜੰਗਲਾਂ ਦੇ ਵਿੱਚ ਜਾਂਦੇ ਹਨ। ਸੁਬਟ ਸੰਗ ਚੜ ਵਿੱਚ ਰਹਿ ਬਾਹਰ। ਸੁਬਟ ਕਹਿੰਦੇ ਨੇ ਸਾਧ ਸੰਗਤ ਜੀ ਸੂਰਮਿਆਂ ਨੂੰ। ਸੂਰਮਿਆਂ ਦੇ ਸਮੇਤ ਹੀ ਸਾਧ ਸੰਗਤ ਜੀ ਕਦੀ ਕਦੀ ਇਸ ਤਰ੍ਹਾਂ ਜੰਗਲਾਂ ਦੇ ਵਿੱਚ ਵਿਚਰਦੇ ਹਨ। ਦਿਨ ਪ੍ਰਤ ਬਸਿਓ ਨਗਰ ਭਾ ਜਾਹਰ। ਦਿਨ ਦੇ ਵਿਖੇ, ਦਿਨ ਦੇ ਸਮੇਂ ਨਗਰ ਵਿੱਚ ਆਣ ਕਰਕੇ ਵਾਸਾ ਕਰਦੇ ਹਨ, ਟਿਕਾਣਾ ਕੀਤਾ ਹੈ। ਉਤ ਸ੍ਰੀ ਹਰਿ ਗੋਬਿੰਦ ਕੀ ਗਾਥਾ। ਉਧਰ ਵਡਾਲੀ ਸਾਹਿਬ ਵਿਖੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੌਤਕ ਕਰ ਰਹੇ ਹਨ। ਸੁਣੋ ਸੰਤ ਸਿੱਖ ਪ੍ਰੀਤੀ ਸਾਥਾ। ਹੇ ਸੰਤੋ, ਹੇ ਗੁਰਸਿੱਖੋ, ਹੇ ਬ੍ਰਹਮ ਗਿਆਨੀਓ, ਹੇ ਮਹਾਪੁਰਸ਼ੋ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਨਾ, ਇਸ ਨੂੰ ਪ੍ਰੀਤੀ ਦੇ ਸਹਿਤ ਸੁਣਨਾ ਕਰੋ। ਸੁਬਟਨ ਬ੍ਰਿੰਦ ਸਕੇਲਨ ਕਰੈ। ਸਾਰੇ ਜਿੰਨੇ ਸੂਰਮੇ ਨੇ ਨਾ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ, ਉਹਨਾਂ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿਚਰਨਾ ਕਰਦੇ ਹਨ। ਆਯੁਧ ਵਿਦਿਆ ਮਹਿ ਹਿਤ ਧਰੈ। ਰਾਤ ਦਿਨ ਸ਼ਸਤਰ ਵਿਦਿਆ ਦੀ ਸਾਧ ਸੰਗਤ ਜੀ ਅਭਿਆਸ ਕਰਦੇ ਨੇ, ਰਾਤ ਦਿਨ ਪ੍ਰੈਕਟਿਸ ਕਰਦੇ ਨੇ, ਨੇਜੇਬਾਜੀ ਦੀ, ਗੱਤਕੇ ਦੀ, ਇਸ ਤਰ੍ਹਾਂ ਕਈ ਤਰ੍ਹਾਂ ਦੇ ਵੱਖੋ ਵੱਖਰੇ ਸਾਧ ਸੰਗਤ ਜੀ, ਤੀਰ ਅੰਦਾਜ਼ੀ ਦੀ, ਵੱਖੋ ਵੱਖਰੇ ਸਾਧ ਸੰਗਤ ਗੱਤਕੇ ਦੀ ਪ੍ਰੈਕਟਿਸ ਕਰਦੇ ਹਨ। ਛੋਰਹਿ ਬਾਣ ਤੁਫੰਗਣ ਭਰ ਭਰ। ਤੀਰਾਂ ਦੇ ਨਾਲ, ਇੱਕ ਤੀਰ ਦੇ ਨਾਲ ਦੋ ਦੋ, ਤਿੰਨ ਤਿੰਨ ਤੀਰਾਂ ਦੇ ਨਾਲ ਕੰਨ ਤੱਕ ਖਿੱਚ ਕਰਕੇ ਸਰ ਕਰਕੇ ਸਾਧ ਸੰਗਤ ਜੀ ਤੀਰਾਂ ਨੂੰ ਛੱਡਦੇ ਨੇ, ਤਾੜ ਤਾੜ ਕਰਕੇ ਗੋਲੀਆਂ ਚਲਾਉਂਦੇ ਹਨ। ਇਸ ਤਰ੍ਹਾਂ ਅਭਿਆਸ ਕਰ ਰਹੇ ਹਨ। ਹੱਥ ਹੈ ਨਿਸ਼ਾਨੋ ਆਗੇ ਧਰ ਧਰ। ਨਿਸ਼ਾਨੇ ਨੂੰ ਅੱਗੇ ਰੱਖਦੇ ਨੇ ਤੇ ਨਿਸ਼ਾਨੇ ਨੂੰ ਅੱਗੇ ਰੱਖ ਕੇ ਸਾਧ ਸੰਗਤ ਜੀ ਹਵਾ ਦਾ ਰੁਖ ਵੇਖਦੇ ਨੇ ਕਿ ਹਵਾ ਕਿਸ ਪਾਸੇ ਆ, ਕਿਧਰਲੇ ਪਾਸੇ ਹਵਾ ਦਾ ਵੇਗ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਟਿਕਾ ਦੇ ਨਾਲ, ਬਹੁਤ ਹਿਰਦੇ ਦਾ ਟਿਕਾ ਚਾਹੀਦਾ ਹੈ। ਜੇ ਕੋਈ ਨਿਸ਼ਾਨਾ ਫੁੰਡਣਾ ਹੋਵੇ ਨਾ, ਬਹੁਤ ਜ਼ਿਆਦਾ ਮਨ ਦੀ ਇਕਾਗਰਤਾ ਚਾਹੀਦੀ ਹੈ। ਐਵੇਂ ਕੋਈ ਸਾਧ ਸੰਗਤ ਜੀ ਸੌਖਾ ਕੰਮ ਨਹੀਂ ਹੈ। ਖਾਲਾ ਜੀ ਦਾ ਵਾੜਾ ਨਹੀਂ ਨਿਸ਼ਾਨ ਲਾਉਣਾ ਹੈ, ਬਹੁਤ ਔਖਾ ਕੰਮ ਹੈ। ਬਹੁਤ ਜ਼ਿਆਦਾ ਮਨ ਇਕਾਗਰ ਹੋਵੇ, ਮਾੜਾ ਜਿਹਾ ਵੀ ਜੇ ਹੱਥ ਹਿੱਲ ਜਾਵੇ ਤਾਂ ਗੋਲੀ ਜਿਹੜੀ ਹੈ ਕਿੱਧਰ ਦੀ ਕਿੱਧਰ ਨੂੰ ਲੰਘ ਜਾਂਦੀ ਹੈ। ਇਸ ਕਰਕੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਇਕਾਗਰਤਾ ਦੇ ਨਾਲ ਐ ਮਨ ਨੂੰ ਟਿਕਾ ਕਰਕੇ ਨਿਸ਼ਾਨਿਆਂ ਨੂੰ ਫੁੰਡਦੇ ਹਨ। ਕਾਬੂ ਅਖੇਰ ਬ੍ਰਿਤ ਕੋ ਕਰੈ। ਕਦੇ ਕਦੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਿੱਖ ਸੂਰਮਿਆਂ ਦੇ ਨਾਲ, ਸਾਰੀਆਂ ਸੰਗਤਾਂ ਦੇ ਨਾਲ ਕਦੇ ਕਦੇ ਜੰਗਲਾਂ ਵਿੱਚ ਜਾ ਕਰਕੇ ਸ਼ਿਕਾਰ ਖੇਡਦੇ ਹਨ, ਜੀਵਾਂ ਦਾ ਉਧਾਰ ਕਰਦੇ ਹਨ, ਜੀਵਾਂ ਦੀ ਕਲਿਆਣ ਕਰਨ ਵਾਸਤੇ। ਮਿਰਗਨ ਉਧਾਰੈ ਪ੍ਰਾਨ ਜੇ ਹਰੈ। ਸਾਧ ਸੰਗਤ ਜੀ ਸੌਖਿਆਂ ਹੀ ਜਿਹੜੇ ਹਿਰਨ ਆਦਿਕ ਨੇ ਨਾ, ਬਹੁਤ ਚਪਲ, ਬਹੁਤ ਤੇਜ਼ੀ ਨਾਲ ਦੌੜਨ ਵਾਲੇ, ਉਹਨਾਂ ਦੇ ਪਿੱਛੇ ਆਪਣੇ ਘੋੜੇ ਨੂੰ ਦੜਾ ਕਰਕੇ
ਹਿਰਨਾਂ ਦਾ ਸ਼ਿਕਾਰ ਕਰਦੇ ਹਨ ਸਤਿਗੁਰੂ ਸਾਹਿਬ ਜੀ। ਸਿੱਖ ਸੰਗਤ ਚੋਂ ਦਿਸ ਤੇ ਆਵਹਿ, ਚਾਰੇ ਪਾਸਿਓਂ ਜਿਹੜੀ ਸਿੱਖ ਸੰਗਤ ਹੈ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਡਾਲੀ ਨਗਰ ਵਿੱਚ ਆਉਣਾ ਸੁਣ ਕਰਕੇ ਸਤਿਗੁਰਾਂ ਦੇ ਪਾਵਨ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ। ਮਨ ਬਾਛਤ ਗੁਰ ਤੇ ਬਰ ਪਾਵਹਿ। ਹੁਣ ਵੀ ਸਾਧ ਸੰਗਤ ਜੀ ਜੋ ਵੀ ਮਨ ਦੀ ਇੱਛਾ ਹੈ ਨਾ ਆਪਣੇ ਗੁਰੂ ਪਾਸੋਂ ਮੰਗ ਲੈਣਾ ਕਰੀਏ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਹੜੀਆਂ ਵੀ ਸਿੱਖ ਸੰਗਤਾਂ ਪ੍ਰੇਮ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਆਪਣੇ ਗੁਰੂ ਦੇ ਅੱਗੇ, ਗੁਰੂ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਸਿਰ ਨੀਵਾਂ ਕਰਕੇ, ਨੀਵੇਂ ਹੋ ਕੇ, ਨਿਮਰਤਾ ਦੇ ਸਹਿਤ ਹੋ ਕਰਕੇ ਗੁਰੂ ਦੇ ਅੱਗੇ ਅਰਦਾਸ ਕਰਦੇ ਨੇ। ਜੋ ਵੀ ਚੀਜ਼ ਮੰਗਦੇ ਨੇ ਗੁਰੂ ਮਹਾਰਾਜ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ। ਨਿਮਰਤਾ ਦੇ ਨਾਲ ਝੁਕ ਕੇ ਗੁਰੂ ਦੇ ਚਰਨਾਂ ਦੇ ਨਾਲ ਨੱਕ ਰਗੜ ਕੇ, ਮੱਥਾ ਲਾ ਕਰਕੇ ਸਾਧ ਸੰਗਤ ਜੀ ਕੋਈ ਵੀ ਚੀਜ਼ ਮੰਗਾਂਗੇ ਨਾ ਪਿਆਰ ਨਾਲ ਸਾਧ ਸੰਗਤ ਜੀ ਤੋਂ ਸਤਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ, ਜ਼ਰੂਰ ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਕੀਰਤ ਕਿਦੋ ਮਾਲਤੀ ਫੂਲੀ। ਸਤਿਗੁਰੂ ਸਾਹਿਬ ਜੀ ਦੀ ਕੀਰਤੀ ਜਿਹੜੀ ਹੈ ਨਾ ਮਾਲਤੀ, ਇਸ ਤਰ੍ਹਾਂ ਚੰਪਾ ਦੇ ਫੁੱਲਾਂ ਵਰਗੀ ਸਤਿਗੁਰੂ ਦੀ ਕੀਰਤੀ ਹੈ, ਗੁਰੂ ਦੀ ਵਡਿਆਈ ਹੈ। ਉਹ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਫੁੱਲ ਹੁੰਦਾ ਹੈ। ਜੇ ਇੱਕ ਦਰਖਤ ਲਾ ਲਈਏ ਤੇ ਸਾਧ ਸੰਗਤ ਜੀ 10 ਕੋਹਾਂ ਤੱਕ ਸਾਧ ਸੰਗਤ ਜੀ ਉਹਦੀ ਮਹਿਕ ਜਿਹੜੀ ਹੈ ਨਾ ਉਹ ਪਸਰ ਜਾਂਦੀ ਹੈ ਸਾਰੇ ਜੰਗਲ ਦੇ ਵਿੱਚ ਹੀ, ਇੰਨੀ ਕੁ ਉਹਦੀ ਖੁਸ਼ਬੂ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਾਧ ਸੰਗਤ ਜੀ ਸੁਭਾਅ ਵੀ, ਗੁਰੂ ਦੇ ਦਰਸ਼ਨ ਵੀ ਇਸ ਤਰ੍ਹਾਂ ਦੇ ਹੀ ਨੇ। ਜਿਹੜਾ ਕੋਈ ਦਰਸ਼ਨ ਕਰ ਲਵੇ ਉਸ ਬੰਦੇ ਦੇ ਵੀ, ਜੇ ਕੋਈ ਦਰਸ਼ਨ ਕਰ ਲਵੇ ਨਾ, ਜਿਹੜਾ ਦਰਸ਼ਨ ਕਰਕੇ ਆਇਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਉਸ ਬੰਦੇ ਦੇ ਜੇ ਕੋਈ ਦਰਸ਼ਨ ਕਰ ਲਵੇ ਤਾਂ ਵੀ ਪਾਪ ਨਾਸ ਹੋ ਜਾਂਦੇ ਨੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵੋ ਹੀ ਵਿਦਿਆ ਤੇ ਦੇਵਾ, ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ ਹੀ ਸਾਧ ਸੰਗਤ ਜੀ ਗੁਰੂ ਹਿਰਦੇ ਦੇ ਵਿੱਚ ਟਿਕਦਾ ਹੈ, ਮਨ ਦੀਆਂ ਭਾਵਨਾਵਾਂ ਪੂਰੀਆਂ ਕਰਦਾ ਹੈ। ਪੰਕਤ ਕਿਦੋ ਮਰਾਲਣ ਭੂਲੀ। ਜਾਂ ਫਿਰ ਜਿਵੇਂ ਸਾਧ ਸੰਗਤ ਜੀ ਨੀਲੇ ਆਸਮਾਨ ਦੇ ਵਿੱਚ ਹੰਸਾ ਦੀ ਡਾਰ ਕਿਵੇਂ ਉੱਡਦੀ ਹੈ ਨਾ, ਉੱਚੇ ਆਸਮਾਨ 'ਚ ਉੱਡਦੀ ਹੈ, ਤਿਵੇਂ ਸਤਿਗੁਰੂ ਸਾਹਿਬ ਜੀ ਦੀ ਉੱਚੀ ਵਡਿਆਈ ਹੈ। ਕਿਦੋ ਚੰਦਰਿਕਾ ਜਗਤ ਬਿਥਾਰੀ। ਜਿਵੇਂ ਕਿ ਸਾਧ ਸੰਗਤ ਜੀ ਸਾਰੇ ਪਾਸੇ ਚੰਦਰਮਾ ਜਿਹੜਾ ਹੈ ਨਾ ਆਪਣੀਆਂ ਕਿਰਨਾਂ ਦਾ ਪ੍ਰਕਾਸ਼ ਕਰਦਾ ਹੈ। ਗਾੜੇ ਹਨੇਰੇ ਦੇ ਵਿੱਚ ਘੁੱਪ ਹਨੇਰਾ ਹੋਵੇ ਨਾ, ਉਹਦੇ ਵਿੱਚ ਚੰਦਰਮਾ ਆਪਣਾ ਪ੍ਰਕਾਸ਼ ਕਰਦਾ ਹੈ। ਤਿਵੇਂ ਹੀ ਬਹੁਤ ਜ਼ਿਆਦਾ ਪਾਪ ਹੋਣ, ਸਾਰੇ ਪਾਸੇ ਹੀ ਸਾਧ ਸੰਗਤ ਜੀ ਅਤਿਆਚਾਰ ਹੁੰਦਾ ਹੋਵੇ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਇਸ ਤਰ੍ਹਾਂ ਦੇ ਨੇ ਜਿਹੜੇ ਮਨ ਨੂੰ ਟਿਕਾਉਣ ਵਾਲੇ ਨੇ, ਮਨ ਨੂੰ ਆਸਰਾ ਦੇਣ ਵਾਲੇ ਨੇ। ਮਨ ਟਿਕਦਾ ਨਹੀਂ ਨਾ, ਹੁਣ ਸਾਡਾ ਕੌਣ ਹੈ, ਸਾਡੀ ਰੱਖਿਆ ਕੌਣ ਕਰੇਗਾ, ਸਾਨੂੰ ਕੌਣ ਸਾਂਭੇਗਾ, ਸਾਨੂੰ ਕੌਣ ਵੇਖੇਗਾ। ਇਨਸਿਕਿਉਰਿਟੀ ਫੀਲ ਹੁੰਦੀ ਹੈ ਨਾ ਮਨ 'ਚ, ਮਨ ਟਿਕਦਾ ਨਹੀਂ, ਮੇਰਾ ਕੀ ਬਣੇਗਾ ਹੁਣ। ਇਸ ਕਰਕੇ ਤਾਂ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਵਰ ਪ੍ਰਾਪਤ ਹੋਏ ਨੇ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਿਪੱਤਿਆਂ ਦੀ ਪੱਤ, ਨਿਗੱਤਿਆਂ ਦੀ ਗੱਤ, ਨਿਧਰਿਆਂ ਦੀ ਧਿਰ। ਜਿਹਦਾ ਕੋਈ ਨਹੀਂ ਉਹਦਾ ਗੁਰੂ ਹੁੰਦਾ ਹੈ। ਜਦੋਂ ਕੋਈ ਬਲ ਨਹੀਂ ਨਾ ਦਿੰਦਾ ਉਹਨੂੰ ਗੁਰੂ ਬਲ ਦਿੰਦਾ ਹੈ। ਜਿਹਨੂੰ ਸਾਧ ਸੰਗਤ ਜੀ ਕੋਈ ਗਿਆਨ ਹੈ ਨਹੀਂ ਉਹਨੂੰ ਗੁਰੂ ਗਿਆਨ ਬਖਸ਼ਦਾ ਹੈ। ਜਿਹਦਾ ਕੋਈ ਆਸਰਾ ਹੈ ਨਹੀਂ ਸੰਸਾਰ 'ਚ ਉਹਨੂੰ ਗੁਰੂ ਘਰ ਵਿੱਚ ਆਸਰਾ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਇਹ ਸ੍ਰੇਸ਼ਟ ਸਿਧਾਂਤ ਸਤਿਗੁਰੂ ਸਾਹਿਬ ਜੀ ਦਾ ਹੈ। ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨ ਕਰਕੇ। ਭਾਰਤ ਸਮ ਉੱਚ ਰਹਿ ਨਰ ਨਾਰੀ। ਇਸ ਤਰ੍ਹਾਂ ਸਾਰੇ ਮਨੁੱਖ ਜਿਹੜੇ ਨੇ ਨਾ ਉਹ ਸਾਧ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ। ਚੌਹ ਦਿਸ ਮਹਿ ਜਹ ਕਹਾ ਸੁਹੇਲੀ। ਸਾਰੇ ਪਾਸੇ ਸਾਧ ਸੰਗਤ ਜੀ ਸਾਰੇ ਪਾਸੇ ਚਾਰੇ ਪਾਸਿਆਂ ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਕੀਰਤੀ ਪਸਰ ਰਹੀ ਹੈ। ਰਾਏ ਬੇਲ ਕੈ ਖਿਰੀ ਚੰਬੇਲੀ। ਜਿਵੇਂ ਸਾਧ ਸੰਗਤ ਜੀ ਚੰਬੇਲੀ ਦਾ ਫੁੱਲ ਹੁੰਦਾ ਹੋਵੇ ਨਾ,
ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਵਡਿਆਈ ਜਿਹੜੀ ਹੈ ਨਾ ਸਾਰੇ ਪਾਸੇ ਹੋ ਰਹੀ ਹੈ। ਸਾਰੇ ਕਹਿ ਰਹੇ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਇਸ ਤਰ੍ਹਾਂ ਸਾਧ ਸੰਗਤ ਜੀ ਸਾਰੇ ਪਾਸੇ ਗੁਰੂ ਦੀ ਵਡਿਆਈ ਹੋ ਰਹੀ ਹੈ। ਜੋਦਾ ਗੁਰੂ ਮਹਾ ਉਪਕਾਰੀ। ਕਿਸ ਤਰ੍ਹਾਂ ਦਾ ਸਾਧ ਸੰਗਤ ਜੀ ਲੋਕੀ ਆਪਸ ਵਿੱਚ ਗੱਲਾਂ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਡੇ ਸੂਰਮੇ ਨੇ, ਵੱਡੇ ਯੋਧੇ ਨੇ। ਸੂਰਮਾ ਇਹਨਾਂ ਸਾਧ ਸੰਗਤ ਜੀ, ਸੂਰਮਤਾ ਕਿਹਨੂੰ ਕਹਿੰਦੇ ਨੇ? ਜਿਹੜਾ ਸਵੇਰੇ ਉੱਠਣਾ ਨਾ, ਨੀਂਦ ਦਾ ਤਿਆਗ ਕਰਨਾ, ਇਹ ਵੀ ਸੂਰਮਤਾ ਹੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਨ ਗਲਤ ਪਾਸੇ ਜਾਂਦਾ ਹੋਵੇ ਉਹਨੂੰ ਖਿੱਚ ਕਰਕੇ ਗੁਰੂ ਪਾਸੇ ਮੋੜਨਾ, ਇਹ ਵੀ ਸੂਰਮਤਾ ਹੀ ਹੈ। ਸਾਰੇ ਪਾਸੇ ਇਹੋ ਜਿਹੇ ਕਲਯੁਗ ਦੇ ਵਿੱਚ ਸਾਧ ਸੰਗਤ ਜੀ, ਇਹੋ ਜਿਹੇ ਕਲਯੁਗ ਵਿੱਚ ਕੇਸਾ ਧਾਰੀ ਰਹਿਣਾ ਸਾਰੀ ਜ਼ਿੰਦਗੀ, ਇਹੋ ਜਿਹੇ ਸਮੇਂ ਦੇ ਵਿੱਚ ਸਾਧ ਸੰਗਤ ਜੀ ਕੇਸਾ ਧਾਰੀ ਹੋ ਕੇ ਨਿਬੜਨਾ ਸਾਰੀ ਜ਼ਿੰਦਗੀ, ਇਹ ਵੀ ਸੂਰਮਤਾਈ ਦੀ ਨਿਸ਼ਾਨੀ ਹੀ ਹੈ। ਨਹੀਂ ਤਾਂ ਸਾਧ ਸੰਗਤ ਜੀ ਇਹੋ ਜਿਹਾ ਸਮਾਂ ਹੈ ਕਲਯੁਗ ਵਿੱਚ, ਬੜੇ ਛੇਤੀ ਲੋਕੀ ਚਾਹੁੰਦੇ ਨੇ ਵੀ ਕੇਸ ਕਟਾ ਲਈਏ। ਮਨ ਵਿਗੜ ਜਾਂਦਾ ਹੈ, ਵਿਗੜੇ ਮਨ ਦੀ ਨਿਸ਼ਾਨੀ ਹੈ ਇਹ ਸੂਰਮਤਾਈ ਨੇ। ਗੁਰੂ ਵੀ ਸੂਰਮਾ ਅਤੇ ਗੁਰੂ ਦਾ ਸਿੱਖ ਵੀ ਸੂਰਮਾ ਹੀ ਹੁੰਦਾ ਹੈ। ਜੇ ਸੰਸਾਰ ਸਾਧ ਸੰਗਤ ਜੀ ਸੱਜੇ ਪਾਸੇ ਜਾਂਦਾ ਹੈ ਨਾ, ਅਤੇ ਗੁਰੂ ਦਾ ਸਿੱਖ ਖੱਬੇ ਪਾਸੇ ਜਾਂਦਾ ਹੈ। ਜੇ ਸੰਸਾਰ ਸਾਧ ਸੰਗਤ ਜੀ ਮਾੜੇ ਪਾਸੇ ਹੇਠਾਂ ਪਾਸੇ ਜਾਂਦਾ ਹੈ, ਗੁਰੂ ਦਾ ਸਿੱਖ ਉਚਾਨ ਉੱਠਦਾ ਹੈ, ਉਤਾਨ ਉੱਠਦਾ ਹੈ, ਉਹ ਚੜ੍ਹਦੀ ਕਲਾ ਵਾਲੇ ਪਾਸੇ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸੂਰਮੇ ਨੇ। ਉਹ ਕਿਤੇ ਵੀ ਸਾਧ ਸੰਗਤ ਜੀ ਡਰਦੇ ਨਹੀਂ, ਕਿਸੇ ਪਾਸਿਓਂ ਵੀ ਹੇਠਲਾ ਢਹਿੰਦੀ ਕਲਾ ਵਾਲੀ ਗੱਲ ਨਹੀਂ ਕਰਦੇ। ਇਸ ਕਰਕੇ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ। ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਇਹੋ ਜਿਹੇ ਨੇ, ਜਿਹੜਾ ਇੱਕ ਵਾਰੀ ਦਰਸ਼ਨ ਕਰ ਲਵੇ ਉਹ ਗੁਰੂ ਦਾ ਹੋ ਕਰਕੇ ਰਹਿ ਜਾਂਦਾ ਹੈ। ਵੱਡ ਜੋਧਾ ਬਹੁ ਪਰਉਪਕਾਰੀ। ਸੂਰਮੇ ਨੇ, ਵੱਡੇ ਨੇ, ਕਿਸੇ ਤੋਂ ਡਰਦੇ ਨਹੀਂ ਪਰ ਕਿਸੇ ਨੂੰ ਡਰਾਉਂਦੇ ਵੀ ਨਹੀਂ ਗੇ। ਗਰੀਬਾਂ ਦੇ ਉੱਤੇ ਉਪਕਾਰ ਕਰਦੇ ਹਨ ਸਤਿਗੁਰੂ ਸਾਹਿਬ ਜੀ। ਹਿਰਦੈ ਗਿਆਨ ਕਨ ਸਦ ਇੱਕ ਸਾਰੀ। ਤੇ ਹਿਰਦੇ ਦੇ ਵਿੱਚ ਗਿਆਨ ਘਨਾ ਗਿਆਨ ਹੈ। ਮਾੜਾ ਮੋਟਾ ਗਿਆਨ ਨਹੀਂ, ਕੱਚਾ ਗਿਆਨ ਨਹੀਂ, ਫਿੱਕਾ ਗਿਆਨ ਨਹੀਂ, ਕੱਚਾ ਪ੍ਰੇਮ ਨਹੀਂ, ਪੂਰਾ ਗਿਆਨ ਲਬਾ ਲਬ ਭਰਿਆ ਹੋਇਆ ਹੈ। ਜਿਵੇਂ ਹੱਥ ਦੇ ਉੱਤੇ ਔਲਾ ਰੱਖ ਦਈਏ ਨਾ, ਅਤੇ ਔਲੇ ਨੂੰ ਬੰਦਾ ਚਾਰੇ ਪਾਸਿਓਂ ਵੇਖ ਸਕਦਾ ਹੈ। ਇਸ ਤਰ੍ਹਾਂ ਦਾ ਗਿਆਨ ਹੈ। ਗਿਆਨ ਨੂੰ ਵੀ ਵੇਖਣ ਵਾਲੇ ਨੇ। ਸਾਰੇ ਖੰਡਾ ਬ੍ਰਹਮੰਡਾ ਦਾ ਗਿਆਨ ਰੱਖਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਿਰਦੇ ਦੇ ਵਿੱਚ। ਸਾਰੇ ਪਾਸੇ ਚਾਨਣ ਹੈ, ਪੂਰਾ ਗਿਆਨ ਹੈ, ਅਤੇ ਗਿਆਨ ਵੀ ਕੰਟਰੋਲ ਵਿੱਚ ਹੈ। ਇਸ ਤਰ੍ਹਾਂ ਨਹੀਂ ਸਾਧ ਸੰਗਤ ਜੀ, ਪੂਰਾ ਐ ਹੱਥ ਦੇ ਵਿੱਚ ਪੂਰਾ ਹੀ ਗਿਆਨ, ਬ੍ਰਹਮ ਗਿਆਨ ਐ ਸਾਧ ਸੰਗਤ ਜੀ ਪੂਰਾ ਕੰਟਰੋਲ ਵਿੱਚ ਹੈ। ਕਈ ਇਸ ਤਰ੍ਹਾਂ ਦੇ ਹੁੰਦੇ ਨੇ, ਗਿਆਨ ਹੋ ਜਾਂਦਾ ਹੈ, ਉਹਨਾਂ ਨੂੰ ਸਾਂਭਿਆ ਨਹੀਂ ਜੇ ਜਾਂਦਾ। ਗਿਆਨ ਹੋ ਜਾਂਦਾ ਹੈ, ਭਾਂਡੇ ਵਿੱਚ ਵਸਤੂ ਪੈ ਜਾਂਦੀ ਹੈ, ਪਰ ਭਾਂਡਾ ਛੋਟਾ ਹੋਣ ਕਰਕੇ ਵਸਤੂ ਬਾਹਰ ਨੂੰ ਡੁੱਲਦੀ ਹੈ। ਛੋਟੇ ਸਾਧ ਸੰਗਤ ਜੀ ਛੋੜਾ ਵੀ ਗਿਆਨ ਜੇ ਬੰਦੇ ਨੂੰ ਪ੍ਰਾਪਤ ਹੋ ਜਾਵੇ, ਥੋੜ੍ਹਾ ਹੀ ਜੇ ਇੰਨਾ ਕੁ ਹੋ ਜਾਵੇ, ਜੇ ਬੰਦਾ ਜੋ ਬੋਲ ਰਿਹਾ ਹੈ ਉਹੀ ਪੂਰਾ ਹੋਣ ਲੱਗ ਪਵੇ, ਥੋੜ੍ਹੀ ਜਿਹੀ ਸ਼ਕਤੀ ਹੈ, ਇੱਕੋ ਹੀ ਸ਼ਕਤੀ ਹੈ। ਜੇ ਇਹੀ ਸ਼ਕਤੀ ਬੰਦੇ 'ਚ ਆ ਜਾਵੇ ਤਾਂ ਬੰਦਾ ਸਾਧ ਸੰਗਤ ਜੀ ਆਪਣੇ ਵਿਰੋਧੀਆਂ ਨੂੰ ਭਸਮ ਕਰ ਦਿੰਦਾ ਆ। ਤੇਰਾ ਕੱਖ ਨਾ ਰਵੇ, ਤੇਰਾ ਉਜੜ ਜਾਵੇ ਸਾਰਾ ਕੁਝ। ਥੋੜ੍ਹੀ ਜਿਹੀ ਸ਼ਕਤੀ ਪ੍ਰਾਪਤ ਹੋ ਜਾਵੇ, ਸਾਂਭੀ ਨਹੀਂ ਜਾਂਦੀ, ਕੰਟਰੋਲ 'ਚ ਨਹੀਂ। ਥੋੜ੍ਹਾ ਵੀ ਸਾਧ ਸੰਗਤ ਜੀ ਗਿਆਨ ਪ੍ਰਾਪਤ ਹੋ ਜਾਵੇ, ਛੱਡੋ। ਜੇ ਇੱਕ ਪਾਠ ਵੱਧ ਪੜ੍ਹ ਲਈਏ ਨਾ, ਇੱਕ ਸੁਖਮਨੀ ਸਾਹਿਬ ਦਾ ਪਾਠ ਜੇ ਵੱਧ ਪੜ੍ਹ ਲਈਏ, ਬੰਦਾ ਸਾਰਾ ਦਿਨ ਦੱਸਦਾ ਮੈਂ ਅੱਜ ਇੱਕ ਪਾਠ ਵੱਧ ਕੀਤਾ ਹੈ। ਉਹ ਵੀ ਨਹੀਂ ਬੰਦੇ ਤੋਂ ਲੁਕੋ ਕੇ ਰੱਖਿਆ ਜਾ ਸਕਦਾ ਵੀ 10 ਭੱਲੇ ਇੱਕ ਪਾਠ ਕੀਤਾ ਨਾ ਵੱਧ, ਫਿਰ ਕੀ ਹੋਇਆ। ਕਿੰਨੀ ਕੁ ਵੱਡੀ ਗੱਲ ਹੈ। ਸਾਰਾ ਦਿਨ, ਸਾਰੀ ਰਾਤ ਭਜਨ ਬੰਦਗੀ ਵਿੱਚ ਰਹਿਣ ਵਾਲੇ ਮੁਖ ਤੋਂ ਉਫ ਤੱਕ ਨਹੀਂ ਕਹਿੰਦੇ। ਉਹ ਵੀ ਇਹ ਕਹਿੰਦੇ ਨੇ ਅਸੀਂ ਤਾਂ ਕੁਝ ਨਹੀਂ ਕਰਦੇ, ਗੁਰੂ ਕਰਾਉਂਦਾ ਆ। ਅਤੇ ਆਪਾਂ ਇੱਕ ਪਾਠ ਕਰਕੇ ਸਾਰੇ ਮਹੱਲੇ ਨੂੰ ਆਪਾਂ ਦੱਸਣਾ ਹੁੰਦਾ ਆ ਕਿ ਅੱਜ ਜੀ ਨਿਤਨੇਮ ਹੋਇਆ। ਮਨ ਆਫਰ ਜਾਂਦਾ ਆ, ਥੋੜ੍ਹਾ ਕਰਕੇ ਨਾ ਆਫਰਦਾ ਆ ਮਨ। ਇਸੇ ਨੂੰ ਕਹਿੰਦੇ ਨੇ ਇੰਡਾਈਜੇਸ਼ਨ। ਨਾਮ ਜਪਣਾ, ਜਿਹੜਾ ਨਾਮ ਜਪਣਾ ਹੈ ਨਾ, ਇਹ ਪਚਦਾ ਨਹੀਂ ਛੇਤੀ ਕਿਤੇ। ਜਿਹੜੇ ਸੂਰਮੇ ਨੇ ਨਾ, ਪਰਉਪਕਾਰੀ ਸੂਰਮੇ, ਇਹੀ ਨਾਮ ਜਪਣ ਨੂੰ ਪਚਾ ਲੈਂਦੇ ਨੇ। ਨਾਮ ਜਪਣਾ ਸੌਖਾ,
ਪਹਿਲਾਂ ਤਾਂ ਨਾਮ ਜਪਣਾ ਸੌਖਾ ਨਹੀਂ ਹੈ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਨਾਮ ਜਪਣ ਦਾ ਜਿਹੜਾ ਫਲ ਪ੍ਰਾਪਤ ਹੁੰਦਾ ਹੈ ਉਹ ਫਲ ਨੂੰ ਪਹੁੰਚਾਉਣਾ ਉਹਨਾਂ ਨੂੰ ਔਖਾ ਲੱਗਦਾ ਹੈ। ਥੋੜ੍ਹੀ ਬਹੁਤ ਅਰਦਾਸ ਪੂਰੀ ਹੋ ਜਾਵੇ, ਲੋਕਾਂ ਨੂੰ ਦੱਸਦਾ ਫਿਰਦਾ ਹੈ, ਆਪਣੀ ਵਡਿਆਈ ਦੀ ਇੱਛਾ ਰੱਖਦਾ ਹੈ, ਉਸ ਤੋਂ ਬਾਅਦ ਹੰਕਾਰ ਕਰਦਾ ਹੈ। ਹੰਕਾਰ ਕਰਨ ਕਰਕੇ ਨਾਮ ਜਪਣਾ ਛੁੱਟ ਜਾਂਦਾ ਹੈ। ਫਿਰ ਜਿੱਥੇ ਇੱਕ ਪਹਿਲਾਂ ਸੀ ਉੱਥੇ ਆ ਕੇ ਖੜ ਜਾਂਦਾ ਹੈ ਖਾਲੀ ਭਾਂਡਾ। ਇਸ ਤਰ੍ਹਾਂ ਨਾਮ ਨੂੰ ਜਪਣਾ ਅਤੇ ਨਾਮ ਨੂੰ ਪਹੁੰਚਾਉਣਾ ਅਤੇ ਨਾਮ ਨੂੰ ਪਹੁੰਚਾ ਕਰਕੇ ਗੰਢ ਦੇ ਕੇ ਰੱਖਣਾ ਕਿ ਨਹੀਂ ਕਿਸੇ ਨੂੰ ਦੱਸਣਾ ਹੀ ਨਹੀਂ। ਘਰ ਦੇ ਵਿੱਚ ਕਿਸੇ ਨੂੰ ਵੀ ਨਾ ਪਤਾ ਹੋਵੇ ਕਿ ਸਰਦਾਰ ਸਾਹਿਬ ਨੇ ਨਿਤਨੇਮ ਕਿੰਨਾ ਕੀਤਾ ਹੈ ਜੀ, ਪਤਾ ਹੀ ਨਾ ਹੋਵੇ ਕਿੰਨਾ ਕੁ ਨਾਮ ਜਪਿਆ ਗਿਆ ਹੈ, ਪਤਾ ਹੀ ਨਾ ਹੋਵੇ ਕਿੰਨੀ ਕੁ ਸੇਵਾ ਕੀਤੀ ਹੈ। ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਸਾਧ ਸੰਗਤ ਜੀ ਚੋਰੀ ਦੇ ਨਾਲ ਰਾਤ ਨੂੰ ਉੱਠਦੇ ਸਨ। ਰਾਤ ਨੂੰ ਉਹਨਾਂ ਨੇ ਵੇਖਣਾ ਵੀ ਸਾਰੇ ਸੁੱਤੇ ਨੇ, ਅਤੇ ਜਦੋਂ ਵੇਖਿਆ ਸਾਰੇ ਸੁੱਤੇ ਨੇ, ਰਾਤ ਨੂੰ ਉੱਠਣਾ ਅਤੇ ਸਾਰੇ ਸਿੰਘਾਂ ਦੇ ਜੋੜੇ ਝਾੜਨੇ ਨੇ। ਸੇਵਾ ਵੀ ਵਿਖਾ ਕੇ ਨਹੀਂ ਕਰਨੀ, ਸੇਵਾ ਵੀ ਕਰਨੀ ਹੈ ਤਾਂ ਸ਼ੋਅ ਆਫ ਨਹੀਂ ਕਰਨਾ, ਵੱਡੇ ਵੱਡੇ ਪੋਸਟਰ ਨਹੀਂ ਲਾਉਣੇ, ਵਿਖਾਵੇ ਦੀ ਸੇਵਾ ਨਹੀਂ, ਚੋਰੀ ਦੇ ਨਾਲ ਸੇਵਾ ਕਰਨੀ। ਅੱਜ ਤੱਕ ਵੀ ਕਿਸੇ ਨੂੰ ਨਹੀਂ ਪਤਾ ਕਿ ਉਹ ਕਿੰਨਾ ਕੁ ਨਿਤਨੇਮ ਕਰਦੇ ਸਨ। ਸਾਰਾ ਦਿਨ ਅਤੇ ਸਾਰੀ ਰਾਤ, ਅਤੇ ਸਾਰਾ ਦਿਨ ਨਿਤਨੇਮ ਕਰਨ ਤੋਂ ਬਾਅਦ ਵੀ ਕਹਿੰਦੇ ਸਨ ਜੇ ਨਿਤਨੇਮ ਨਹੀਂ ਹੋਇਆ ਹੋਰ ਬਾਣੀ ਪੜ੍ਹ ਲਈਏ। ਇਸ ਤਰ੍ਹਾਂ ਜਿਨ੍ਹਾਂ ਦਾ ਸਾਧ ਸੰਗਤ ਜੀ ਬ੍ਰਹਮ ਗਿਆਨ ਕੰਟਰੋਲ ਵਿੱਚ ਹੈ, ਉਹ ਰੰਚਕ ਮਾਤਰ ਵੀ ਥੋੜ੍ਹੀ ਜਿਹੀ ਵੀ ਗੱਲ ਜਿਹੜੀ ਹੈ ਇੱਧਰ ਉੱਧਰ ਨਹੀਂ ਹੋਣ ਦਿੰਦੇ। ਸਾਰੀਆਂ ਗੱਲਾਂ ਪੂਰਾ ਕੰਟਰੋਲ ਵਿੱਚ ਹੈ। ਬੜ ਯੋਧਾ ਬਹੁ ਪਰਉਪਕਾਰੀ ਹਨ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਦੇ ਸਨ ਸਗਲ ਜਹਾਨ, ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੇ ਪਾਸੇ ਸਾਰੇ ਜਹਾਨ ਵਿੱਚ ਤੁਰਤ ਸਹਾਇਕ ਹੋਏ ਸੁਖ ਦਾਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਤੁਰਤ, ਤੁਰਤ ਕਹਿੰਦੇ ਨੇ ਛੇਤੀ ਦੇ ਨਾਲ, ਦੇਸ਼ ਕੀ ਵਿਦੇਸ਼ ਕੀ ਸਾਰੇ ਜਹਾਨ ਦੇ ਵਿੱਚ ਜਿੱਥੇ ਵੀ ਕੋਈ ਅਰਾਧਦਾ ਹੈ ਨਾ, ਜਿੱਥੇ ਵੀ ਕੋਈ ਯਾਦ ਕਰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਸੱਚੀ ਗੱਲ ਹੈ ਅੱਜ ਵੀ ਕੋਈ ਯਾਦ ਕਰ ਲਵੇ, ਅੱਜ ਵੀ ਸਾਧ ਸੰਗਤ ਜੀ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਸਤਿਗੁਰਾਂ ਨੂੰ ਕੋਈ ਪ੍ਰੇਮ ਨਾਲ ਯਾਦ ਕਰ ਲਵੇ, ਤੁਰਤ ਸਹਾਇਕ ਛੇਤੀ ਦੇ ਨਾਲ ਗੁਰੂ ਮਹਾਰਾਜ ਉੱਥੇ ਸਹਾਇਤਾ ਕਰਦੇ ਨੇ। ਪੱਕੀ ਗੱਲ ਹੈ, 100% ਗੱਲ ਹੈ, ਅਜਮਾ ਕੇ ਵੇਖ ਲਓ। ਜਿੱਥੇ ਸਾਧ ਸੰਗਤ ਜੀ ਜਿਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿਤ ਸਹਾਈ। ਜਿੱਥੇ ਵੀ ਇੱਕ ਓੰਕਾਰ, ਇੱਕ ਵਾਰੀ ਸਾਧ ਸੰਗਤ ਜੀ ਜਿੱਥੇ ਕਿਤੇ ਵੀ ਪਰਮੇਸ਼ਰ ਨੂੰ ਯਾਦ ਕਰੀਏ, ਵਾਹਿਗੁਰੂ ਛੇਤੀ ਦੇ ਨਾਲ ਸਾਧ ਸੰਗਤ ਜੀ ਸਹਾਇਤਾ ਕਰਨ ਵਾਸਤੇ ਆਉਂਦੇ ਹਨ। ਅਨੇਕ ਕਾਮਨਾ ਹਲਥ ਮਜਾਰੀ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੁੱਖਾਂ ਨੂੰ ਦੇਣ ਵਾਲੇ ਨੇ, ਅਤੇ ਕਹਿੰਦੇ ਹਨ ਅਨੇਕ ਕਾਮਨਾ, ਅਨੇਕਾਂ ਹੀ ਕਾਮਨਾਵਾਂ ਜਿਹੜੀਆਂ ਨੇ, ਬਹੁਤ ਸਾਰੀਆਂ ਕਾਮਨਾਵਾਂ ਹੁੰਦੀਆਂ ਨੇ ਮਨ ਦੇ ਵਿੱਚ। ਮਨ ਸਾਧ ਸੰਗਤ ਜੀ ਰਜਦਾ ਹੀ ਨਹੀਂ, ਇੱਕ ਇੱਛਾ ਪੂਰੀ ਹੋਈ ਨਾਲ ਦੂਸਰੀ ਇੱਛਾ ਖੜੀ ਹੈ, ਪਰ ਫਿਰ ਵੀ ਮਨ ਰਜਦਾ ਨਹੀਂ। ਗੁਰੂ ਮਹਾਰਾਜ ਕਹਿੰਦੇ ਨੇ ਅਨੇਕਾਂ ਹੀ ਕਾਮਨਾਵਾਂ ਜਿਹੜੀਆਂ ਨੇ ਨਾ ਸਿੱਖਾਂ ਦੀਆਂ ਪੂਰੀਆਂ ਕਰਦੇ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਪੁਰਵੈ ਸਿੱਖਣ ਬਿਰਦ ਸੰਭਾਰੀ। ਸਾਰੀਆਂ ਕਾਮਨਾਵਾਂ ਪੂਰੀਆਂ ਕਰਦੇ ਨੇ, ਆਪਣਾ ਬਿਰਦ ਸੰਭਾਲਦੇ ਨੇ। ਬਿਰਦ ਕਹਿੰਦੇ ਨੇ ਸੁਭਾਅ ਨੂੰ। ਆਪਾਂ ਕਹਿ ਦਿੰਦੇ ਹਾਂ ਨੇ ਬੰਦੇ ਦਾ ਸੁਭਾਅ ਬੜਾ ਕੌੜਾ ਆ, ਇਸ ਬੰਦੇ ਦਾ ਸੁਭਾਅ ਬੜਾ ਮਿੱਠਾ ਹੈ, ਇਹ ਬੜਾ ਗੁਰਮੁਖ ਬੰਦਾ ਹੈ। ਗੁਰੂ ਮਹਾਰਾਜ ਦਾ ਸੁਭਾਅ ਕੀ ਹੈ? ਗੁਰੂ ਮਹਾਰਾਜ ਪਤਿਤ ਪਾਵਨ ਹੈ, ਪਾਪੀਆਂ ਨੂੰ ਤਾਰਨ ਵਾਲੇ ਨੇ। ਜੇ ਕੋਈ ਸ਼ਰਨ ਵਿੱਚ ਆ ਜਾਵੇ ਤੇ ਸਾਧ ਸੰਗਤ ਜੀ ਗੁਰੂ ਮਹਾਰਾਜ ਪਾਪੀਆਂ ਨੂੰ ਵੀ ਤਾਰ ਦਿੰਦੇ ਨੇ। ਵੱਡੇ ਵੱਡੇ ਜਿਹੜੇ ਪਾਪੀ ਨੇ ਨਾ, ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦ੍ਰੰ ਮਹਾਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਇਸ ਤਰ੍ਹਾਂ ਸਾਧ ਸੰਗਤ ਜੀ ਜਿਵੇਂ ਬਹੁਤ ਵੱਡਾ ਲੱਕੜਾਂ ਦਾ ਢੇਰ ਲੱਗਾ ਹੋਵੇ, ਉਹਨੂੰ ਅੱਗ ਲਾਉਣ ਵਾਸਤੇ ਉਨੀ ਅੱਗ ਨਹੀਂ ਚਾਹੀਦੀ, ਬਸ ਥੋੜ੍ਹੀ ਜਿਹੀ ਚੰਗਿਆੜੀ ਚਾਹੀਦੀ ਹੈ। ਥੋੜ੍ਹੀ ਜਿਹੀ ਇੱਕ ਤੀਲੀ ਦੇ ਨਾਲ ਹੀ ਸਾਧ ਸੰਗਤ ਜੀ ਬਹੁਤ ਵੱਡਾ ਲੱਕੜਾਂ ਦਾ ਢੇਰ ਹੋਵੇ, ਉਹ ਖਤਮ ਸਵਾਹ ਹੋ ਜਾਵੇਗਾ। ਇਸੇ ਤਰ੍ਹਾਂ ਹੀ ਸਾਡੇ ਪਾਪ ਵੱਡੇ ਨਹੀਂ ਹੈ, ਪਰਮੇਸ਼ਰ ਦਾ ਨਾਮ ਵੱਡਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦਾ ਨਾਮ ਲੈਣ ਲੱਗੀਏ
ਸਾਧ ਸੰਗਤ ਜੀ ਦੇਰੀ ਨਾ ਕਰੀਏ, ਜਿੰਨਾ ਕੁ ਚਿਰ ਸੰਗਤ ਵਿੱਚ ਹੈ ਵਾਹਿਗੁਰੂ ਵਾਹਿਗੁਰੂ ਜ਼ਬਾਨ ਦੇ ਨਾਲ ਕਰਦੇ ਰਹਿਣਾ ਚਾਹੀਦਾ ਹੈ। ਭਲਤ ਬਿਖੈ ਨਿਜ ਸੇਵਕ ਸਾਰੇ, ਆਪਣੇ ਸਾਰੇ ਸੇਵਾਦਾਰਾਂ ਨੂੰ, ਆਪਣੇ ਸਾਰੇ ਸਿੱਖਾਂ ਨੂੰ ਗੁਰੂ ਮਹਾਰਾਜ ਪਾਲਦੇ ਨੇ। ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪਾਲਦੇ ਨੇ, ਜਿਵੇਂ ਸਾਧ ਸੰਗਤ ਜੀ ਪਰਮਾਤਮਾ ਇਸ ਸ੍ਰਿਸ਼ਟੀ ਨੂੰ ਪਾਲਦਾ ਹੈ, ਤਿਵੇਂ ਹੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੇ ਸਾਰਿਆਂ ਸੇਵਕਾਂ ਦੇ ਤਾਈਂ ਆਪਣਾ ਬਿਰਦ ਸੰਭਾਲਦੇ ਨੇ, ਲੋਕ ਪਰਲੋਕ ਵਿੱਚ ਸਹਾਇਤਾ ਕਰਦੇ ਹਨ। ਜਮ ਪੀਰਾ ਤੇ ਲੇਤ ਉਬਾਰੇ, ਤੇ ਇੱਥੇ ਹੀ ਗਾ ਬਸ ਨਹੀਂ, ਪਰਲੋਕ ਵਿੱਚ ਵੀ ਸਾਧ ਸੰਗਤ ਜੀ ਜੇ ਕੋਈ ਨਰਕਾਂ ਵਿੱਚ ਵੀ ਜਾਂਦਾ ਹੋਵੇ ਉੱਥੋਂ ਵੀ ਗੁਰੂ ਮਹਾਰਾਜ ਕੱਢ ਕੇ ਲਿਆਉਂਦੇ ਨੇ। ਇੱਥੇ ਕਿੱਡੀ ਕੁ ਵੱਡੀ ਗੱਲ ਹੈ, ਕੋਈ ਦੁੱਖਾਂ ਤੋਂ ਕੱਢ ਦਿੰਦੇ ਨੇ? ਨਹੀਂ ਨਹੀਂ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਾਂ ਨਰਕਾਂ ਚੋਂ ਵੀ ਜੇ ਕੋਈ ਯਾਦ ਕਰ ਲਵੇ, ਜੋ ਕਿ ਪ੍ਰੇਮ ਨਾਲ ਸ਼ਿੱਦਤ ਨਾਲ ਪੂਰਾ ਤਾਣ ਲਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇੱਕ ਵਾਰੀ ਯਾਦ ਕਰ ਲਵੇ, ਗੁਰੂ ਮਹਾਰਾਜ ਨਰਕਾਂ ਚੋਂ ਕੱਢ ਲੈਂਦੇ ਹਨ। ਜਾਨਹਿ ਜਗ ਮਹਿ ਪੀਰ ਅਨੇਕ, ਸਾਰੇ ਸੰਸਾਰ ਵਿੱਚ ਜਿੰਨੇ ਸੰਤ ਮਹਾਂਪੁਰਖ ਪੀਰ ਪੈਗੰਬਰ ਜਿੰਨੇ ਵੀ ਹਨ ਸਾਰੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਨੂੰ ਜਾਣਦੇ ਹਨ। ਗੁਰ ਬੜ ਸਮਰੱਥ ਜਲਦ ਵਿਵੇਕ, ਗੁਰੂ ਮਹਾਰਾਜ ਵੱਡੇ ਸਮਰੱਥਵਾਨ ਨੇ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਰਬ ਕਲਾ ਸਮਰੱਥ ਹੈ। ਕੀੜੀ ਥਾਪ ਦੇ ਪਾਤਸ਼ਾਹੀ, ਲਸਕਰ ਕਰੇ ਸੁਆਹ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮਿਹਰ ਕਰਾਵੈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ। ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਗੁਰੂ ਮਹਾਰਾਜ ਸਰਬ ਕਲਾ ਸਮਰੱਥ ਨੇ। ਇਹੋ ਜੀ ਕੋਈ ਗੱਲ ਨਹੀਂ, ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਮਹਾਰਾਜ ਬਣਾ ਨਾ ਸਕਣ, ਜੋ ਕੰਮ ਸਤਿਗੁਰੂ ਜੀ ਕਰ ਨਾ ਸਕਣ। ਸੰਸਾਰ ਵਿੱਚ ਇਹੋ ਜੀ ਕੋਈ ਚੀਜ਼ ਹੈ ਨਹੀਂ, ਕੋਈ ਹਸਤੀ ਹੈ ਨਹੀਂ। ਗੁਰੂ ਮਹਾਰਾਜ ਸਰਬ ਕਲਾ ਸਮਰੱਥ ਨੇ। ਕਿਸ ਤਰ੍ਹਾਂ ਦੇ ਨੇ? ਜਲਦ ਵਿਵੇਕ। ਵਿਵੇਕ ਕਹਿੰਦੇ ਨੇ ਗਿਆਨ ਨੂੰ। ਜਿੰਨਾ ਕੁ ਵੱਡਾ ਸਮੁੰਦਰ ਹੈ ਨਾ ਸਾਧ ਸੰਗਤ ਜੀ, ਇੰਨਾ ਕੁ ਸਤਿਗੁਰੂ ਸਾਹਿਬ ਜੀ ਦਾ ਗਿਆਨ ਹੈ। ਸਿੱਧ ਤਪੇ ਪੰਡਤ ਬ੍ਰਹਮਚਾਰੀ, ਵੱਡੇ ਵੱਡੇ ਸਿੱਧ, ਵੱਡੇ ਵੱਡੇ ਤਪੀਸ਼ਵਰ, ਵੱਡੇ ਵੱਡੇ ਪੰਡਿਤ, ਵੱਡੇ ਵੱਡੇ ਜਿਹੜੇ ਬ੍ਰਹਮਚਾਰੀ ਹਨ। ਪ੍ਰਭ ਮਾਰਗ ਕੇ ਜੇ ਹਿਤਕਾਰੀ, ਜਿਹੜੇ ਸਾਧਨਾ ਕਰਦੇ ਨੇ, ਜਿਹੜੇ ਸਾਧ ਸੰਗਤ ਜੀ ਤਪੱਸਿਆ ਆਦਿ ਕਰਦੇ ਨੇ। ਪੰਡਿਤ ਕਹਿੰਦੇ ਨੇ ਜਿਹੜੇ ਵਿਦਵਾਨ ਨੇ, ਜਿਨ੍ਹਾਂ ਦੇ ਮਨ 'ਚ ਰੱਬ ਦੀ ਪ੍ਰਾਪਤੀ ਦੀ ਇੱਛਾ ਹੈ। ਜਿਹੜੇ ਬ੍ਰਹਮਚਾਰੀ ਨੇ, ਸੰਨਿਆਸੀ ਨੇ, ਸੰਸਾਰ ਦਾ ਜਿਨ੍ਹਾਂ ਨੇ ਤਿਆਗ ਕੀਤਾ ਹੈ। ਕਿਉਂ? ਰੱਬ ਦੀ ਪ੍ਰਾਪਤੀ ਵਾਸਤੇ। ਇੱਛਾ ਹੋਵੇ ਰੱਬ ਦੀ ਪ੍ਰਾਪਤੀ ਦੀ, ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹੋਵੇ, ਜਿਹਦੇ ਹਿਰਦੇ ਵਿੱਚ ਰੱਬ ਦੀ ਪ੍ਰਾਪਤੀ ਦੀ ਇੱਛਾ ਹੈ, ਗੁਰੂ ਮਹਾਰਾਜ ਉਹਦੇ ਸਹਾਇਕ ਹੁੰਦੇ ਨੇ। ਕਿੱਡੀ ਕੁ ਵੱਡੀ ਗੱਲ ਹੈ ਸਾਧ ਸੰਗਤ ਜੀ। ਰੰਚਕ ਮਾਤਰ ਵੀ, ਥੋੜ੍ਹਾ ਵੀ ਸਾਧ ਸੰਗਤ ਜੀ ਫਰਕ ਹੈ ਨਹੀਂ, ਭੇਦ ਬੁੱਧੀ ਹੈ ਨਹੀਂ। ਕਿਸੇ ਦੇ ਨਾਲ ਗੁਰੂ ਮਹਾਰਾਜ ਫਰਕ ਨਹੀਂ ਕਰਦੇ। ਜਿਹਦਾ ਹਿਰਦਾ ਵੇਖਿਆ ਨਿਰਮਲ ਹੈ, ਜਿਹਦਾ ਹਿਰਦਾ ਵੇਖਿਆ ਨਿਰਛਲ ਹੈ, ਜਿਹਦਾ ਹਿਰਦਾ ਵੇਖਿਆ ਗਿਆਨ ਦੀ ਪ੍ਰਾਪਤੀ ਦੀ ਇੱਛਾ ਵਾਲਾ ਹੈ, ਉਹਦੇ ਸਿਰ 'ਤੇ ਹੀ ਗੁਰੂ ਮਹਾਰਾਜ ਹੱਥ ਰੱਖਦੇ ਨੇ, ਉਹਨੂੰ ਗਿਆਨ ਬਖਸ਼ਦੇ ਹਨ। ਨਾਨਾ ਵਿਦ ਜੇ ਸਕਤ ਤਰਈਆ, ਕਈ ਤਰ੍ਹਾਂ ਦੀਆਂ ਸ਼ਕਤੀਆਂ ਜਿਹੜੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਧਾਰਨ ਕਰਦੇ ਹਨ। ਸਭ ਸਤਿਗੁਰ ਕੀ ਚਹਿਤ ਸਹਾਈਆ, ਜਿੰਨੇ ਵੀ ਵੱਡੇ ਵੱਡੇ ਸ਼ਕਤੀਵਾਨ ਲੋਕ ਨੇ, ਜਿਨ੍ਹਾਂ ਦੇ ਕੋਲ ਰਿੱਧੀਆਂ ਸਿੱਧੀਆਂ ਹਨ, ਉਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲ ਵੇਖ ਕੇ ਸਾਧ ਸੰਗਤ ਜੀ ਇੱਛਾ ਰੱਖਦੇ ਨੇ ਕਿ ਗੁਰੂ ਮਹਾਰਾਜ ਸਾਡੀ ਸਹਾਇਤਾ ਕਰਨ, ਮਦਦਗਾਰ ਹੋਣ। ਸਰਨੀ ਪਰਿਓ ਆਨ ਕਰ ਜੋ, ਜਿਹੜਾ ਸ਼ਰਨ ਵਿੱਚ ਆਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਗੁਰੂ ਮਹਾਰਾਜ ਦਾ ਸੁਭਾਅ ਕੀ ਹੈ? ਜਿਹੜਾ ਸ਼ਰਨ ਵਿੱਚ ਆ ਜਾਵੇ ਉਹਨੂੰ ਗੁਰੂ ਮਹਾਰਾਜ ਆਪਣੇ ਗਲਵਕੜੀ ਵਿੱਚ ਲੈ ਲੈਂਦੇ ਹਨ। ਦੋਹੇ ਲੋਕਨ ਸੁਖ ਪਾਵਤ ਸੋ, ਜਿਹੜਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਉਂਦਾ ਹੈ, ਗੁਰੂ ਮਹਾਰਾਜ ਉਹਦੇ ਲੋਕ ਤੇ ਪਰਲੋਕ ਸਵਾਰ ਦਿੰਦੇ ਹਨ। ਲੋਕ ਵਿੱਚ ਵੀ
ਤੇ ਪਰਲੋਕ ਵਿੱਚ ਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਬਖਸ਼ੇ ਸ੍ਰੀ ਗੁਰ ਅਮਰ ਅਨੇਕ। ਕਵੀ ਜੀ ਕਹਿੰਦੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਕਈਆਂ ਨੂੰ ਤਾਰਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਸ਼ੂਆਂ ਨੂੰ ਤਾਰਿਆ, ਪੰਖੀਆਂ ਨੂੰ ਤਾਰਿਆ, ਮਨੁੱਖਾਂ ਨੂੰ ਤਾਰਿਆ, ਇੱਥੋਂ ਤੱਕ ਕਿ ਭੂਤਾਂ ਪ੍ਰੇਤਾਂ ਨੂੰ ਤਾਰਿਆ, ਪੱਥਰਾਂ ਨੂੰ ਤਾਰਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕਈਆਂ ਨੂੰ ਤਾਰਿਆ। ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿੰਨਾ ਚਿਰ ਗੋਇੰਦਵਾਲ ਸਾਹਿਬ ਵਿਖੇ ਰਹੇ ਉਹਨਾਂ ਚਿਰ ਸਾਧ ਸੰਗਤ ਜੀ ਮਨੁੱਖ ਦੇ ਮਰਨ ਦੀ ਤਾਂ ਕੀ ਗੱਲ ਹੈ, ਕੋਈ ਜੀਵ ਜੰਤੂ ਪਸ਼ੂ ਪੰਖੀ ਵੀ ਨਹੀਂ ਮਰਿਆ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਕਈਆਂ ਦੀ ਕਲਿਆਣ ਕੀਤੀ ਹੈ। ਰਾਮਦਾਸ ਗੁਰ ਦੀਨ ਬਵੇਕ। ਗੁਰੂ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਕਈਆਂ ਨੂੰ ਸਾਧ ਸੰਗਤ ਜੀ ਸਤਿਗੁਰਾਂ ਨੇ ਤਾਰਿਆ ਹੈ, ਦੀਨ ਵਿਵੇਕ ਗਿਆਨ ਬਖਸ਼ਿਸ਼ ਕੀਤਾ ਹੈ। ਜਿਹੜਾ ਵੀ ਸ਼ਰਨ ਵਿੱਚ ਆਇਆ, ਜਿਹਨੇ ਵੀ ਥੋੜੀ ਵੀ ਭਾਵਨਾ ਰੱਖ ਲਈ, ਜਿਹਨੇ ਵੀ ਥੋੜੀ ਵੀ ਸ਼ਰਧਾ ਰੱਖ ਲਈ, ਥੋੜਾ ਨਾਮ ਜਪਿਆ, ਬਹੁਤ ਜ਼ਿਆਦਾ ਫਲ ਸਤਿਗੁਰਾਂ ਨੇ ਦੇਣਾ ਕੀਤਾ ਹੈ। ਸ੍ਰੀ ਅਰਜਨ ਤੇ ਗਿਆਨ ਜੇ ਲਹੇ। ਉਸ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਕਈਆਂ ਦੀ ਸਾਧ ਸੰਗਤ ਜੀ ਤਾਰਨਾ ਕੀਤਾ ਹੈ। ਸਤਿਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਕਲਿਆਣ ਦਾ ਘਰ ਅੰਮ੍ਰਿਤਸਰ ਸਿਫਤੀ ਦਾ ਘਰ ਸ੍ਰੀ ਦਰਬਾਰ ਸਾਹਿਬ ਨੂੰ ਬਣਾ ਕਰਕੇ ਅੱਜ ਵੀ ਸਤਿਗੁਰੂ ਸਾਹਿਬ ਜੀ ਲੱਖਾਂ ਹੀ ਲੋਕਾਂ ਦਾ ਉਧਾਰ ਕਰ ਰਹੇ ਹਨ, ਕਰੋੜਾਂ ਹੀ ਲੋਕਾਂ ਦਾ ਦੁੱਖ ਦੂਰ ਕਰ ਰਹੇ ਹਨ। ਇਨਹੂ ਵਿਖੇ ਜੀਵਤ ਜੇ ਰਹੇ। ਇਸ ਤਰ੍ਹਾਂ ਕਈ ਜਿਹੜੇ ਗੁਰਮੁਖ ਗੁਰਸਿੱਖ ਜਿਹੜੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਜਿਨ੍ਹਾਂ ਨੇ ਸੰਗਤ ਕੀਤੀ, ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਨ੍ਹਾਂ ਨੇ ਸੰਗਤ ਕੀਤੀ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜਿਨ੍ਹਾਂ ਨੇ ਸੰਗਤ ਕੀਤੀ ਹੈ। ਸਭ ਆਵਹਿ ਗੁਰ ਕੇ ਦਰਬਾਰ। ਪੁਰਾਣੇ ਗੁਰਸਿੱਖ ਜਿਹੜੇ ਨੇ ਸਾਰੇ ਹੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਆ ਕਰਕੇ ਬੈਠਦੇ ਹਨ। ਦਰਸ਼ਨ ਪਰਸ ਲਹੈ ਸੁਖ ਸਾਰ। ਦਰਸ਼ਨ ਕਰਦੇ ਨੇ, ਦਰਸ਼ਨ ਕਰਕੇ ਸੁਖ ਨੂੰ ਪ੍ਰਾਪਤ ਕਰਦੇ ਹਨ। ਕੇਤਕ ਗੁਰ ਕੇ ਨਿਕਟ ਰਹੰਤੇ। ਕਹਿੰਦੇ ਕਿ ਜਿਹੜੇ ਨੇ ਗੁਰਸਿੱਖ ਘਰ-ਬਾਰ ਛੱਡ ਕਰਕੇ ਸਤਿਗੁਰੂ ਸਾਹਿਬ ਜੀ ਦੇ ਨੇੜੇ ਹੀ ਰਹਿੰਦੇ ਹਨ। ਕੇ ਜਤ ਕਰਦੇ ਸਨ ਵਿਚਰੰਤੇ। ਕਈ ਜਿਹੜੇ ਨੇ ਗੁਰੂ ਦੀ ਆਗਿਆ ਵਿੱਚ ਰਹਿ ਕਰਕੇ ਸਾਰੇ ਪਾਸੇ ਵਿਚਰ ਕਰਕੇ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ। ਸਿੱਖ ਬਣਾਵਹਿ ਜਹ ਕਹਿ ਜਾਏ। ਜਿੱਥੇ ਕਿੱਥੇ ਜਾ ਕਰਕੇ ਗੁਰਬਾਣੀ ਦਾ ਪ੍ਰਚਾਰ ਕਰਦੇ ਹਨ। ਲੋਕਾਂ ਨੂੰ ਸਾਧ ਸੰਗਤ ਜੀ ਕਰਮ ਕਾਂਡ ਤੋਂ ਵਹਿਮਾਂ ਭਰਮਾਂ ਤੋਂ ਕੱਢ ਕਰਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪੁਜਾਰੀ ਬਣਾਉਂਦੇ ਹਨ। ਵਿਸਥਾਰ ਹੈ ਸਿੱਖੀ ਸਭ ਥਾਏ। ਸਾਰੇ ਪਾਸੇ ਸਿੱਖੀ ਦਾ ਸਾਧ ਸੰਗਤ ਜੀ ਫੈਲਾ ਕਰਦੇ ਨੇ। ਸਿੱਖੀ ਦਾ ਪ੍ਰਚਾਰ ਕੀ ਹੈ? ਰੱਬ ਦੇ ਨਾਲ ਜੋੜਨਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਦਾ ਪ੍ਰਚਾਰ ਇਹੀ ਹੈ ਕਿ ਰੱਬ ਦੇ ਨਾਲ ਜੋੜਨਾ। ਭਾਵੇਂ ਕੋਈ ਹਿੰਦੂ ਹੋਵੇ ਉਹਨੂੰ ਕਹਿਣਾ ਭਾਈ ਰਾਮ ਰਾਮ ਜਪਿਆ ਕਰ, ਭਾਵੇਂ ਕੋਈ ਮੁਸਲਮਾਨ ਹੋਵੇ ਉਹਨੂੰ ਕਹਿਣਾ ਖੁਦਾ ਖੁਦਾ ਜਪਿਆ ਕਰ, 5 ਵਕਤ ਨਮਾਜ਼ ਪੜ੍ਹਿਆ ਕਰ। ਜਿਹੜਾ ਸਾਧ ਸੰਗਤ ਜੀ ਗੁਰੂ ਦਾ ਸਿੱਖ ਹੈ ਉਹ ਆਪ ਵੀ ਇੱਕ ਅਕਾਲ ਪੁਰਖ ਵਾਹਿਗੁਰੂ 'ਤੇ ਵਿਸ਼ਵਾਸ ਕਰਦਾ ਹੈ, ਆਪ ਜੁੜਦਾ ਹੈ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਵੀ ਇਹੀ ਉਪਦੇਸ਼ ਕਰਦੇ ਨੇ ਕਿ ਆਪਣੇ ਧਰਮ ਵਿੱਚ ਰਹਿ ਕੇ ਰੱਬ ਦੀ ਪ੍ਰਾਪਤੀ ਕਰੋ। ਆਪਣੇ ਧਰਮ ਵਿੱਚ ਰਹਿ ਕਰਕੇ ਸੱਚੇ ਸੁੱਚੇ ਇਨਸਾਨ ਬਣੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਹਿੰਦੂ ਵੱਡਾ ਆ ਕਿ ਮੁਸਲਮਾਨ ਵੱਡਾ ਆ? ਸਵਾਲ ਕੀ ਹੈ? ਫੁੱਟ ਪਾਉਣ ਵਾਲਾ ਸਵਾਲ ਹੈ। ਮਹਾਰਾਜ ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਵੱਡਾ ਉਹ ਹੈ ਜਿਹੜਾ ਸ੍ਰੇਸ਼ਟ ਕਰਮ ਕਰਦਾ ਹੈ, ਜਿਹੜਾ ਵੱਡਾ ਕਰਮ ਕਰਦਾ ਹੈ। ਕਰਤੂਤ ਜਿਨ੍ਹਾਂ ਦੀ ਵੱਡੀ ਹੈ ਉਹ ਵੱਡੇ ਨੇ, ਜਿਨ੍ਹਾਂ ਦੀ ਕਰਤੂਤ ਨੀਵੀਂ ਹੈ ਉਹ ਨੀਚੇ ਨੇ, ਉਹ ਛੋਟੇ ਨੇ, ਉਹ ਨੀਚ ਨੇ। ਇਸ ਕਰਕੇ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਜਿਹੜੇ ਸ੍ਰੇਸ਼ਟ ਕਰਮ ਕਰਦੇ ਨੇ ਉਹ ਵੱਡੇ ਨੇ, ਭਾਵੇਂ ਕੋਈ ਹਿੰਦੂ ਹੋਵੇ ਅਤੇ ਭਾਵੇਂ ਕੋਈ ਮੁਸਲਮਾਨ ਹੋਵੇ ਅਤੇ ਭਾਵੇਂ ਕੋਈ ਸਿੱਖ ਹੋਵੇ। ਅਤੇ ਜਿਹੜੇ ਨੀਚ ਕਰਮ ਕਰਦੇ ਨੇ ਉਹ ਨੀਚੇ ਨੇ। ਵੱਡਾ ਉਹ ਹੈ
ਜਿਹੜਾ ਸਾਧ ਸੰਗਤ ਜੀ ਰੱਬ ਦੀ ਇਬਾਦਤ ਕਰਦਾ ਹੈ। ਵਿਸਥਾਰਹਿ ਸਿੱਖੀ ਸਭ ਥਾਏ, ਸਾਰੇ ਪਾਸੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਹਨ। ਭਾਈ ਬਹਿਲੋ ਭਗਤੂ ਆਦਿਕ, ਭਾਈ ਬਹਿਲੋ ਜੀ ਤੇ ਭਾਈ ਭਗਤੂ ਜੀ ਆਦਿਕ ਵੱਡੇ ਗੁਰਸਿੱਖ ਦੇਸ ਵਿਦੇਸ਼ ਕਰੈ ਸਿੱਖ ਸਾਧਿਕ, ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕਰਕੇ ਗੁਰਸਿੱਖੀ ਦਾ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ। ਇੱਥੇ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰੂ ਦਾ ਪਾਵਨ ਇਤਿਹਾਸ ਆਪਾਂ ਆਪਣੇ ਹਿਰਦੇ ਵਿੱਚ ਵਸਾਈਏ, ਜਿਹਦੇ ਕਰਕੇ ਸਾਡਾ ਲੋਕ ਤੇ ਪਰਲੋਕ ਸਫਲਾ ਹੋਵੇ। ਸਿੱਖ ਬਨਾਵਹਿ ਜਹ ਕਹਿ ਜਾਏ, ਵਿਸਥਾਰਹਿ ਸਿੱਖੀ ਸਭ ਥਾਏ, ਭਾਈ ਬਹਿਲੋ ਭਗਤੂ ਆਦਿਕ, ਦੇਸ ਵਿਦੇਸ਼ ਕਰਹਿ ਸਿੱਖ ਸਾਧਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।